खेती कानून रद्द करन दी गलबात तां कीती गई है, पर MSP ते कानूनी गारंटी दी जिहड़ी मंग है, जिहड़ी कि किसानां दे लई बहुत जरूरी समझी जाती है कि किसान दी लुੱਟ जिहड़ी ਉਹ ਮੰਡੀਆਂ ਦੇ ਵਿੱਚ ਹੁੰਦੀ ਹੈ, ਪ੍ਰਾਈਵੇਟ ਵਪਾਰੀਆਂ ਵੱਲੋਂ ਹੁੰਦੀ ਹੈ, ਤਾਂ MSP ਤੇ ਕਾਨੂੰਨੀ ਗਾਰੰਟੀ ਫਿਲਹਾਲ ਜਿਹੜੀ ਉਹ नहीं दी। बिल्कुल रहेंगे, लेके जाएंगे, इतना नहीं जानते हैं। ये यूपी ला लो, महाराष्ट्र ला लो, गुजरात ला लो, 800 रुपये कणक जीरी बिक रही है, 1000 रुपये। क्या करेगा किसान? तो सुसाइड आप ही करेगा ना। ਤਾਂ ਹੁਣ ਜਦੋਂ 3 ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਆਈ ਹੈ ਤਾਂ ਹੁਣ ਉਹਨੂੰ ਉਹ ਕਿਸਾਨਾਂ ਦੀ ਜਿੱਤ ਨਹੀਂ ਕਹਿ ਰਹੇ, ਉਹ ਕਹਿ ਰਹੇ ਨੇ ਕਿ ਇਹ ਤਾਂ ਦੇਸ਼ ਰਾਸ਼ਟਰ ਦੇ ਲਈ ਪ੍ਰਧਾਨ ਮੰਤਰੀ ਨੇ ਜਿਹੜੇ ਹੈ ਫੈਸਲਾ ਲਿਆ ਗਿਆ, ਕਿਸਾਨਾਂ ਦੇ ਨਾਲ ਮੋਹ ਪਿਆਰੀ ਇੰਨਾ ਪ੍ਰਧਾਨ ਮੰਤਰੀ ਦਾ, ਉਹਨਾਂ ਨੇ ਤਾਂ ਫੈਸਲਾ ਲਿਆ। ਵੀਰ ਜੀ MSP ਦੀ ਗਾਰੰਟੀ ਦੇ ਕਾਨੂੰਨ ਬਣੇਗਾ, ਅਸੀਂ ਜਾਵਾਂਗੇ, ਇਸ ਨੂੰ ਬਿਲਕੁਲ ਨਹੀਂ ਜਾਂਦੇ। ਸਾਡੇ ਘਰੇ ਵਾਲਾ ਰਾਜਪੁਰਾ ਜੀ ਉਹ ਬਕਵਾਸ ਕਰਦਾ ਰਿਹਾ ਹੈ, ਤਾਂ ਜ਼ਿਮੀਂਦਾਰ ਹੈ ਨਾ ਸਾਡਾ, ਮਤਲਬ बैठ के तो देखा एक दिन सड़क पर किसान नहीं है, कभी अतवादी कभी इन्होंने बखवादी, पूरे बैठने की जमीरता देखो। किसान अपने काम से काम सपेट के हुण आ रहा पंजाब से 26 तरीक को, देखो कितना मेला भरेगा। ਕੀ ਕਹੋਗੇ ਜਿਹੜੀ ਕਿਸਾਨਾਂ ਦੀ ਜਿੱਤ ਹੋਈ ਹੈ? ਭਾਜੀ ਇਹ ਜਿਹੜੀ ਜਿੱਤ ਹੋਈ ਹੈ ਸੱਚਾਈ ਦੀ ਹੋਈ ਹੈ, ਸਬਰ ਦੀ ਹੋਈ ਹੈ, ਸਾਡੇ ਬਜ਼ੁਰਗਾਂ ਦੀ ਕੁਰਬਾਨੀਆਂ ਨੇ। ਸਾਨੂੰ ਆ ਨਹੀਂ ਭੁੱਲਣਾ ਚਾਹੀਦਾ ਜਿਹੜੇ 700 ਜਾਨਾਂ ਗਵਾਚ ਗਈਆਂ, ਜਿਹੜੇ ਬਚਾ ਸਕਦੇ ਸੀ। ਸਰਕਾਰ ਗੱਲ ਕਰਦੀ ਕਿਸਾਨਾਂ ਤੋਂ, ਤੇ ਉਹ ਜਿਹੜੀ ਕੀਮਤੀ ਜਾਨਾਂ ਸਾਡੇ ਵਿੱਚ ਹੁੰਦੀ ਅੱਜ। ਤੇ ਚਲੋ ਆ ਵਧੀਆ ਗੱਲ ਸਰਕਾਰ ਨੇ ਸੋਚੀ ਆਈ ਹੈ, ਤੇ ਸਾਨੂੰ ਇਹ ਗੱਲ ਸੁਚੇਤ ਰੱਖਣੀ ਚਾਹੀਦੀ ਹੈ ਆਪਣੇ ਦਿਮਾਗ 'ਚ ਕਿ ਜਿਹੜੀ ਅਗਾਹ ਦੀ ਰਾਹ ਸਾਨੂੰ ਉਹਦੇ 'ਚ ਵੇਖਣਾ ਕਿ ਅੱਗੇ ਅਸੀਂ ਕਿਵੇਂ ਤੁਰਨਾ। ਸਰੋਂ ਬੀਜ ਲਿਓ, ਸਰੋਂ ਬਾਬਾ ਰਾਮਦੇਵ ਕਾਣਾ 1.5 ਅੱਖ ਵਾਲਾ, उसने मतलब अपने स्टोरां च सारी कैद करके रख ली। हुण सरों बिक रही 10,000 रुपये क्विंटल, 200 रुपये की तेल की बोतल गरीब आदमी कित्थे दे खा लेगा लेके। ਤਾਂ ਕੀ ਇਹ ਹਰ ਵਾਰ ਜਿਹੜਾ ਰੌਲਾ ਰੱਪਾ ਪੈਂਦਾ? ਬੇਸ਼ੱਕ ਇਸ ਵਾਰ ਕਿਸਾਨਾਂ ਨੇ ਜ਼ੀਰੋ ਡਰਿਲ ਦੀ ਵਰਤੋਂ ਵੀ ਕੀਤੀ, ਪਰਾਲੀ ਜਿਹੜੀ ਹੈ ਪਿਛਲੇ ਸਾਲ ਦੇ ਮੁਕਾਬਲੇ ਘੱਟ ਸਾੜੀ ਗਈ, ਕਿਸਾਨਾਂ ਨੇ ਆਪਣੇ ਮੋਢਿਆਂ ਤੇ ਖਰਚਾ ਉਹ ਚੁੱਕਿਆ, ਤਾਂ ਕੀ ਕਿਸਾਨ ਕਦੋਂ ਤੱਕ ਚੁੱਕਦੇ ਰਹਿਣਗੇ? ਪਰਾਲੀ ਦੀ ਸਮੱਸਿਆ ਵੀ ਕਿਸਾਨੀ ਦੀ ਇੱਕ ਵੱਡੀ ਸਮੱਸਿਆ ਨਾਲ। ਸਾਡੀ ਕੋਈ ਸਮੱਸਿਆ ਨਹੀਂ ਜੀ, ਅੱਜ ਕੋਈ ਨਵੀਂ ਸਮੱਸਿਆ ਨਹੀਂ ਹੈਗੀ। ਸਾਡਾ ਸਿਰਫ ਇੱਕ 10 ਦਿਨ ਧੂੰਆਂ ਹੈ, 10 ਦਿਨ ਤੋਂ ਬਾਅਦ ਕਿੱਡੀ ਚਿਮਨੀਆਂ ਭੱਠੇ ਚੱਲ ਰਹੇ ਨੇ, ਫੈਕਟਰੀਆਂ, ਗੱਡੀਆਂ, ਕੱਲਾ ਤੀਵੀਆਂ ਦੇ ਲੇਡੀਜ਼ ਦੇ ਲਈ ਸਾਰੀ ਗੱਡੀਆਂ ਲਈ ਫਿਰ ਰਹੇ ਆ। ਅਸੀਂ ਤਾਂ 10 ਦਿਨ ਧੂੰਆਂ, ਸਾਡਾ 10 ਦਿਨ ਹੋਗਾ ਧੂੰਆਂ ਦਿਖ ਰਿਹਾ ਨੇ ਨੂੰ, ਬਾਕੀ ਦਾ ਆਪਣਾ ਧੂੰਆਂ ਕਿੱਥੇ ਗਿਆ ਨੇਗਾ? ਭੱਠੇ ਹੋ ਗਏ, ਪ੍ਰਦੂਸ਼ਣ ਹੋ ਗਿਆ, ਇਹ ਕਵਾੜ ਆਪਣਾ ਕਿੱਡਾ ਚੱਲ ਰਿਹਾ ਦਿੱਲੀ ਦੇ ਵਿੱਚ, ਉਹ ਕਿੱਥੇ ਗਿਆ ਜੀ? ਹੁਣ ਸੁਣੋ, ਦਿੱਲੀ ਪੰਜਾਬ ਤੋਂ ਚੱਲ ਕੇ ਸਾਡਾ ਧੂੰਆਂ ਮੋਦੀ ਇਸ ਕੋਲ ਕੇਜਰੀਵਾਲ ਕੋਲ ਆ ਗਿਆ ਨਾ, ਕਿੱਦਾਂ ਲੱਗ ਗਿਆ ਕੇਜਰੀਵਾਲ ਨੂੰ ਸਾਡਾ ਧੂੰਆਂ ਆ ਗਿਆ? ਪਿੱਛੇ ਤਾਂ ਕੋਈ ਬਸਦਾ ਹੀ ਨਹੀਂ ਹੈਗਾ। ਅਸੀਂ ਖੇਤਾਂ 'ਚ ਕੰਮ ਕਰ ਰਹੇ ਸਾਰੇ, ਮਾਰੇ ਪਰਿਵਾਰ ਵੀ ਹੈ, ਬੱਚੇ ਵੀ ਹੈ, ਹਰਿਆਣਾ ਵੀ ਪਾਰ ਕਰਨਾ, ਹਰਿਆਣੇ ਦਾ ਵੀ ਧੂੰਆਂ ਹੋ ਗਿਆ। ਸਾਡਾ ਤਾਂ ਧੂੰਆਂ ਹੀ ਨਹੀਂ ਹੈ ਜੀ ਬਿਲਕੁਲ ਵੀ। ਸਿਰਫ ਇੱਕ ਹਫ਼ਤੇ ਦਾ ਕੰਮ ਹੈ ਕਿਸਾਨਾਂ ਦਾ, ਇੱਕ ਹਫ਼ਤੇ ਤੋਂ ਬਾਅਦ ਧੂੰਆਂ ਹੀ ਨਹੀਂ ਹੈਗਾ। ਜੇ ਕੋਈ ਅੱਗ ਲਾ ਵੀ ਰਿਹਾ ਨਾ, ਅਸੀਂ ਲਾ ਮਜਬੂਰੀ ਕਰ ਰਹੇ ਹਾਂ, ਸਾਨੂੰ ਦਿਓ ਤਾਂ ਸਹੀ ਨਾ ਕੁਛ। ਜੇ ਦੇ ਦੇਂਗੇ ਅਸੀਂ ਲਾਣਾ ਬੰਦ ਕਰ देंगे जी। 200 रुपया क्विंटल बोनस दें किसानों को, दें उसके बीच जे फार्म के बीच लिख के भी हाँ थानू ये चीज़ दे रहे असी बिल्कुल नहीं लाने गए, देना तो कुछ है नहीं ना। ਕਈ ਲੋਕਾਂ ਨੂੰ ਤਾਂ ਜਿਹੜਾ ਵਾਪਸ ਨਹੀਂ ਲਿਆ ਜਾ ਸਕਦਾ, ਘਾਟਾ ਵੱਡਾ ਗਾ, ਪਰ ਕੀ ਕੇਂਦਰ ਸਰਕਾਰ ਨੂੰ ਕੋਈ ਕੰਪਨਸੇਸ਼ਨ, ਕੋਈ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਦੇਣਾ ਚਾਹੀਦਾ? ਉਹਨਾਂ ਪਰਿਵਾਰਾਂ ਦਾ ਹੱਥ ਜਿਹੜਾ ਫੜਨਾ ਚਾਹੀਦਾ ਕਿ ਸਿਰ ਤੇ ਹੱਥ ਰੱਖਣਾ ਚਾਹੀਦਾ? बिल्कुल फड़ना चाहिए जी। जो उन्हें बना उन्हें जितनी की कमाई किसान अपने कर सका, कोई भी बंदा आ जाए, उसका जितनी मेहनत मजदूरी उसकी बिल्कुल बनानी देनी चाहिए। जितना उसका हक बना भी, हाँ उसकी 50 साल की उम्र है, 60 साल की, उसके हिसाब का मुआवजा दे उन्हें जी। तो मिलता ही नहीं, उन्होंने देना चाहिए बिल्कुल। 5 लाख गल तो ये साडी फिर कीमत पा दी भी, हाँ 5 लाख रुपया दे दिया। 5 लाख गल तो ये 2 साल नौकर नहीं लाता साडा। ਅਸੀਂ ਦਿੱਲੀ ਦੇ ਸਿੰਘੂ ਬਾਰਡਰ ਤੇ ਮੌਜੂਦ ਹਾਂ, ਜਿੱਥੇ ਕਿ ਪਿਛਲੇ 1 ਸਾਲ ਤੋਂ ਕਿਸਾਨਾਂ ਦਾ ਸੰਘਰਸ਼ ਨਿਰੰਤਰ ਜਾਰੀ ਹੈ, ਤੇ ਆਖਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਬੋਰ ਪਿਆ ਹੈ, ਤੇ ਕੇਂਦਰ ਦੀ ਮੋਦੀ ਸਰਕਾਰ ਨੇ ਝੁਕਦੇ ਹੋਏ 3 ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਲਿਆ। ਇਹਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਾਂ ਭਾਜਪਾ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਉਹ ਲਗਾਤਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਉਹ ਅੰਦੋਲਨ ਵਾਪਸ ਕਰਕੇ ਘਰਾਂ ਨੂੰ ਚਲੇ ਜਾਣ, ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਫੈਸਲਾ ਕੀਤਾ ਗਿਆ ਹੰਗਾਮੀ ਮੀਟਿੰਗ ਤੋਂ ਬਾਅਦ, ਉਹ ਇਹੀ ਕੀਤਾ ਗਿਆ ਕਿ ਜਦੋਂ ਤੱਕ ਸੰਸਦ ਦੇ ਵਿੱਚ 3 ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੇ MSP ਦੇ ਉੱਪਰ ਕਾਨੂੰਨ ਗਾਰੰਟੀ ਦੇਣ ਨੂੰ ਲੈ ਕੇ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਦਰਜ ਕੀਤੇ ਗਏ ਸੀ ਇਸ ਅੰਦੋਲਨ ਦੌਰਾਨ, ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਟੇਬਲ ਤੇ ਨਹੀਂ ਆਉਂਦੀ, ਉਸ ਸਮੇਂ ਤੱਕ ਸੰਘਰਸ਼ ਜਿਹੜਾ ਹੈ ਜਾਰੀ ਰਹੇਗਾ।
26 ਨਵੰਬਰ ਨੂੰ 1 ਸਾਲ ਪੂਰਾ ਹੋ ਜਾਣਾ ਹੈ ਤੇ ਉਸ ਦਿਨ ਇੱਕ ਵੱਡਾ ਇਕੱਠ ਕਰਨ ਦਾ ਫੈਸਲਾ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਹੈ ਤੇ ਉਸ ਨੂੰ ਲੈ ਕੇ तमाम ਭਾਰਤ ਦੇ ਕਿਸਾਨਾਂ ਨੂੰ ਸੱਦਾ ਵੀ ਦਿੱਤਾ ਜਾ ਰਿਹਾ ਹੈ ਕਿ ਉਹ ਸਿੰਘੂ ਟਿਕਰੀ ਗਾਜੀਪੁਰ ਬਾਰਡਰ ਤੇ ਪਹੁੰਚਣ ਅਤੇ ਜੋ ਸਮਾਗਮ ਉਲੀਕੇ ਗਏ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ। ਸੋ ਅਸੀਂ ਸਿੰਘੂ ਬਾਰਡਰ ਤੇ ਮੌਜੂਦ ਆ, ਕਿਸਾਨ ਵੀ ਬੈਠੇ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਲੰਗਰ ਜਿਹੜੇ ਨੇ ਨਿਰੰਤਰ ਇੱਥੇ ਪਿਛਲੇ 1 ਸਾਲ ਤੋਂ ਇਸੇ ਤਰ੍ਹਾਂ ਚੱਲ ਰਹੇ ਨੇ। ਵੱਖ-ਵੱਖ ਟਰਾਲੀਆਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਠਹਿਰੇ ਹੋਏ ਨੇ ਤੇ ਲੰਗਰ ਦੀ ਵਿਵਸਥਾ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ ਅਤੇ ਵੱਖ-ਵੱਖ ਥਾਵਾਂ ਦੇ ਉੱਪਰ ਲੰਗਰ ਜਿਹੜੇ ਆ ਤੁਹਾਨੂੰ ਸਿੰਘੂ ਬਾਰਡਰ ਹੋਵੇ, ਟਿਕਰੀ ਬਾਰਡਰ ਹੋਵੇ, ਗਾਜੀਪੁਰ ਬਾਰਡਰ ਹੋਵੇ, ਉੱਥੇ ਜਿਹੜੇ ਹੈ ਉਹ ਮਿਲ ਜਾਣਗੇ, ਦੇਖਣ ਨੂੰ ਮਿਲਣਗੇ, ਜਿੱਥੇ ਕਿ ਕਿਸਾਨਾਂ ਦੇ ਨਾਲ ਆਮ ਜਿਹੜੇ ਲੋਕ ਨੇ, ਲੋੜਵੰਦ ਨੇ, ਉਹਨਾਂ ਵੱਲੋਂ ਵੀ ਲੰਗਰ ਇੱਥੇ ਛਕਿਆ ਜਾਂਦਾ ਗਾ ਜੀ। ਨਿਰੰਤਰ ਲੰਗਰ ਜਾਰੀ ਨੇ 1 ਸਾਲ ਤੋਂ। ਹਾਂਜੀ 1 ਸਾਲ ਤੋਂ ਨਿਰੰਤਰ ਜਾਰੀ ਹੈ। ਹਾਂਜੀ ਜਿਹੜਾ ਸੁਨੇਹਾ ਹੈ ਬੀਤੇ ਦਿਨ, ਉਹਦੇ ਬਾਰੇ ਕੀ ਕਹੋਗੇ? ਹਾਂਜੀ ਵੀ ਸੁਨੇਹਾ ਤਾਂ ਹੁਣ ਜਿੱਦਾਂ ਜਥੇਬੰਦੀ ਦਾ ਕਾਲ ਲਾਣਗੇ ਉਦਾਂ ਹੀ ਚੱਲੂਗਾ, ਜਿੱਦਾਂ ਸ਼ੁਰੂ ਤੋਂ ਚੱਲਦਾ ਆ ਰਿਹਾ ਜੀ ਔਕਣੇ ਚੱਲੂਗਾ ਜੀ ਪੂਰਾ। ਹਾਂਜੀ ਸੋ ਤੁਸੀਂ ਦੇਖਿਆ ਕਿ ਕਿਸਾਨ ਲੀਡਰ ਵੀ ਇੱਥੇ ਬੈਠੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਕਿਸਾਨ ਵੀ ਬੈਠੇ ਨੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜਾ ਬੀਤੇ ਦਿਨ ਕਿਹਾ ਗਿਆ ਕਿ 3 ਖੇਤੀ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ ਸੰਸਦ ਦੇ ਸੈਸ਼ਨ ਦੇ ਵਿੱਚ, ਤੇ ਨਾਲੋਂ ਨਾਲ ਉਹਨਾਂ ਨੇ ਕਹਤਾ ਕਿਸਾਨ ਹੁਣ ਘਰਾਂ ਨੂੰ ਜਿਹੜੇ ਉਹ ਚਲੇ ਜਾਣ, ਆਪਣਾ ਖੇਤੀ ਦਾ ਕੰਮਕਾਜ ਸੰਭਾਲਣ ਜਾ ਕੇ। ਬਿਲਕੁਲ ਨਹੀਂ ਜਾਂਦੇ ਜੀ। ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਲੱਖ ਲੱਖ ਵਧਾਈ, ਮੁਬਾਰਕਾਂ ਹੋਏ ਸਾਰੇ ਪੰਜਾਬ ਇੰਡੀਆ ਵਾਸੀਆਂ ਨੂੰ। ਬਿਲਕੁਲ ਨਹੀਂ ਜਾਂਦੇ ਜਦ ਤੱਕ ਸਾਨੂੰ ਉਹਨਾਂ ਦਾ ਕੋਈ ਲੈਟਰ ਪੱਤਰ ਨਹੀਂ ਮਿਲਦਾ ਹੈਗਾ, MSP ਗਰੰਟੀ ਨਹੀਂ ਦਿੰਦੇ ਸਾਨੂੰ, ਜਦ ਤੱਕ ਅਸੀਂ ਘਰ ਨਹੀਂ ਜਾਣਾ ਹੈਗਾ। ਜਦ ਅਸੀਂ 1 ਸਾਲ ਬੈਠ ਸਕਾਂ, ਹੋਰ ਨਹੀਂ ਬੈਠ ਸਕਦੇ ਅਸੀਂ 1 ਮਹੀਨਾ ਇੰਤਜ਼ਾਰ ਕरेंगे। ਬਿਲकुल ਸੈਸ਼ਨ ਚਲੇਗਾ 29 ਤਰੀਕ ਤੇ। ਸੈਸ਼ਨ ਦਾ ਇੰਤਜ਼ਾਰ ਕਰੇ ਤੋਂ ਬਾਅਦ ਕਾਪੀ ਲੈ ਕੇ ਹੱਥ ਫਿਰ ਘਰ ਨੂੰ ਜਾਏंगे। ਅਸੀਂ ਖਾਲੀ ਹੱਥ ਘਰ ਨਹੀਂ ਜਾਣਾ ਹੈਗਾ। 3 ਖੇਤੀ ਕਾਨੂੰਨ ਰੱਦ ਕਰਨ ਦੀ ਗੱਲਬਾਤ ਤਾਂ ਕੀਤੀ ਗਈ ਹੈ, ਪਰ MSP ਤੇ ਕਾਨੂੰਨੀ ਗਰੰਟੀ ਦੀ ਜਿਹੜੀ ਮੰਗ ਹੈ, ਜਿਹੜੀ ਕਿ ਕਿਸਾਨਾਂ ਦੇ ਲਈ ਬਹੁਤ ਜ਼ਰੂਰੀ ਸਮਝੀ ਜਾਂਦੀ ਹੈ ਕਿ ਕਿਸਾਨ ਦੀ ਲੁੱਟ ਜਿਹੜੀ ਉਹ ਮੰਡੀਆਂ ਦੇ ਵਿੱਚ ਹੁੰਦੀ ਹੈ, ਪ੍ਰਾਈਵੇਟ ਵਪਾਰੀਆਂ ਵੱਲੋਂ ਹੁੰਦੀ ਹੈ, ਤਾਂ MSP ਦੇ ਕਾਨੂੰਨੀ ਗਰੰਟੀ ਫਿਲਹਾਲ ਜਿਹੜੀ ਉਹ ਨਹੀਂ ਦਿੱਤੀ। ਬਿਲਕੁਲ ਲहेंगे, ਲੈ ਕੇ ਜਾएंगे। ਇੱਦਾਂ ਨਹੀਂ ਜਾਂਦੇ ਹੈਗੇ ਜੀ। ਇਹ यूपी ला लियो, महाराष्ट्र ला लियो, गुजरात ला लियो। 800 रुपये कणक जीरी बिक रही है उत्थे, 1000 रुपये। क्या करेगा किसान? तो सुसाइड आपे करेगा ना। कोई लीडर करता देखिया अज तक सुसाइड? एक बार MLA बन जाए, मुड़ के 3 पुश्तां की रोटियां बना जाओ, कास्ते बना जा। अपनी कुर्सी की नहीं भज रहे ना, ये किसाना के नहीं अपने देख रहे है कि किसान के देखो भी। हाँ, किसान का भी कोई बच्चा हाँ शहीद हो रहा, कारण सोचो उसका क्या कारण है। बिल्कुल जब तक सानू 29 तरीक ਨੂੰ ਸੈਸ਼ਨ ਚੱਲੇ, जिस दिन सानू इसकी रिपोर्ट मिलेगी उस तो बाद ਅਸੀਂ ਘਰ ਨੂੰ ਜਾएंगे, ਜਦ ਗਰੰਟੀ ਹੋ ਜਾਏਗੀ ਸਾਡੇ ਲੀਡਰਾਂ ਦੀ। ਕਿਸਾਨਾਂ ਨੇ ਲੰਮਾ ਸੰਘਰਸ਼ ਜਿਹੜਾ ਲੜਿਆ ਜੀ, 1 ਸਾਲ ਦਾ ਸਮਾਂ ਹੋ ਜਾਣਾ। ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਤੇ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਸੰਘਰਸ਼ ਲੜਿਆ ਗਿਆ। ਆਖਰਕਾਰ ਕੇਂਦਰ ਸਰਕਾਰ ਕਿਸਾਨਾਂ ਦੇ ਅੱਗੇ ਝੁਕੀ ਹੈ, ਪਰ ਜਿਹੜੇ ਸਰਕਾਰ ਦੇ ਸਿਪਾ ਸਲਾਰ ਸੀ, ਜਿਹੜੇ ਪਹਿਲਾਂ ਇਹ ਕਹਿੰਦੇ ਸੀਗੇ ਕਿ ਇਹ ਵੱਖਵਾਦੀਆਂ ਦਾ ਅੰਦੋਲਨ ਹੈ, ਫਿਰ ਕਹਿਣ ਲੱਗੇ ਕਿ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ, ਕਿਸਾਨਾਂ ਦਾ ਅੰਦੋਲਨ ਨਹੀਂ ਹੈ। ਤਾਂ ਹੁਣ ਜਦੋਂ 3 ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਆਈ ਹੈ, ਤਾਂ ਹੁਣ ਉਹਨੂੰ ਉਹ ਕਿਸਾਨਾਂ ਦੀ ਜਿੱਤ ਨਹੀਂ ਕਹਿ ਰਹੇ। ਉਹ ਕਹਿ ਰਹੇ ਨੇ ਕਿ ਇਹ ਤਾਂ ਦੇਸ਼ ਰਾਸ਼ਟਰ ਦੇ ਲਈ ਪ੍ਰਧਾਨ ਮੰਤਰੀ ਨੇ ਜਿਹੜੇ ਹੈ ਫੈਸਲਾ ਲਿਆ ਗਾ। ਕਿਸਾਨਾਂ ਦੇ ਨਾਲ ਮੋਹ ਪਿਆਰ ਹੀ ਇੰਨਾ ਪ੍ਰਧਾਨ ਮੰਤਰੀ ਦਾ, ਉਹਨਾਂ ਨੇ ਤਾਂ ਫੈਸਲਾ ਲਿਆ। ਵੀਰ ਜੀ MSP ਦੀ ਗਰੰਟੀ ਦੇ ਕਾਨੂੰਨ ਬਣੇਗਾ ਅਸੀਂ ਜਾਵਾਂਗੇ, ਨਹੀਂ ਅਸੀਂ ਬਿਲਕੁਲ ਨਹੀਂ ਜਾਂਦੇ। ਸਾਡੇ ਘਰੇ ਵਾਲਾ ਰਾਜਪੁਰਾ ਜੀ, ਉਹ ਬਕਵਾਸ ਕਰਦਾ ਰਿਹਾ ਹੈ। ਤਾਂ ਜ਼ਿਮੀਂਦਾਰ ਹੈ ਨਾ ਸਾਡਾ, ਮਤਲਬ ਬੈਠ ਕੇ ਤਾਂ ਦੇਖਿਆ ਇੱਕ ਦਿਨ ਸੜਕ ਪਰ ਕਿਸਾਨ ਨਹੀਂ ਹੈਗੇ, ਕਦੀ ਅੱਤਵਾਦੀ ਕਦੀ ਇਹਨਾਂ ਨੂੰ ਵੱਖਵਾਦੀ। ਉਰੇ ਬੈਠਣੇ ਦੀ ਜ਼ਮੀਰ ਤਾਂ ਦੇਖੋ। ਕਿਸਾਨ ਆਪਣੇ ਕੰਮ ਦੇ ਕੰਮ ਸਪੇਟ ਕੇ ਹੁਣ ਆ ਰਿਹਾ ਪੰਜਾਬ ਤੇ। 26 ਤਰੀਕ ਨੂੰ ਦੇਖੋ ਕਿਤਨਾ ਮੇਲਾ ਭਰੇਗਾ ਉਰੇ। ਕਿਸਾਨ ਕੋਈ ਘਰ ਤੋਂ ਵਿਹਲਾ ਨਹੀਂ ਹੈਗਾ, ਸਾਰਿਆਂ ਦੇ ਪਰਿਵਾਰ ਹੈ, ਬੱਚੇ ਹੈ, ਸਾਰਿਆਂ ਦਾ ਸਭ ਕੁਝ ਹੈ। ਹਰੇਕ ਬੰਦਾ ਆਪਣੇ ਕੰਮ ਕਾਰੋਬਾਰ ਪਰ ਲੱਗ ਰਿਹਾ। ਇਹ ਤਾਂ ਅੱਜ ਦਾ ਜੋ ਮਰਜ਼ੀ ਬਿਆਨ ਬਦਲ ਲੇ। ਇਹ ਕਹਿ ਰਿਹਾ ਮੋਦੀ ਸਾਹਿਬ ਨੇ ਵਧੀਆ ਕਰਿਆ, ਪਹਿਲਾਂ ਕਿਉਂ ਮੋਦੀ ਸਾਹਿਬ ਦੀ ਅੱਖਾਂ ਮੀਚੀ ਵੀ ਤੀ। 14 ਮਹੀਨੇ ਹੋ ਗਏ ਸਾਨੂੰ ਟ੍ਰੇਨਾਂ ਰੋਕੀ ਵੀ ਆ ਕਰਿਆ ਵਾ। ਅਸੀਂ ਕੋਈ ਘਰ ਤੋਂ ਵਿਹਲੇ ਤਾਂ ਨਹੀਂ ਹੈ, ਬੈਠ ਕੇ ਦਿਖਾਵੇ ਕੋਈ। ਆਪਣੇ ਵਾਰੀ ਨੂੰ ਗਰੇਵਾਲ ਨੂੰ ਤਕਲੀਫ ਲੱਗੇ ਦੀ ਵੀ ਹਾਂ ਮੈਨੂੰ ਇਦਾਂ ਬੋਲ ਰਹੇ ਕਿਸਾਨ। ਜਾਂ ਹੈ ਤਾਂ ਸਹੀ ਕਿਸੇ ਪਿੰਡ 'ਚ ਬੈਠ ਕੇ ਦੱਸਿਆ ਤਾਂ ਸਹੀ। ਬਿਲਕੁਲ ਵੀ ਨਹੀਂ, ਕੋਈ ਕਿਸਾਨ ਗਲਤ ਨਹੀਂ ਹੈ ਉਰੇ, ਸਾਰੇ ਕਿਸਾਨ ਬੈਠੇ ਆ, ਕੋਈ ਸਾਡੇ ਵਿੱਚ ਉਹ ਨਹੀਂ ਹੈਗਾ। ਨਹੀਂ, ਜਿਹੜੀ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਤਾਂ ਕਿਸਾਨਾਂ ਦੇ ਨਾਲ ਮੋਹ ਪਿਆਰ ਦੇ ਚੱਲਦਿਆਂ ਰਾਸ਼ਟਰ ਹਿੱਤ 'ਚ ਫੈਸਲਾ ਲਿਆ ਗਿਆ, ਨਾ ਕਿ ਕਿਸਾਨਾਂ ਦੀ ਜਿੱਤ। ਕੋਈ ਮੋਹ ਪਿਆਰ ਨਹੀਂ ਕਰਿਆ ਉਸਨੇ, ਬਿਲਕੁਲ ਵੀ ਨਹੀਂ ਹੁੰਦਾ। ਜੇ ਮੋਹ ਪਿਆਰ ਹੁੰਦਾ ਸਾਡੇ ਕੋਲ 1 ਸਾਲ ਪਹਿਲਾਂ ਚੱਲ ਆ ਜਾਂਦਾ। ਯੂਪੀ ਵਾਲੀ ਚੋਣਾਂ ਆ ਰਹੀਆਂ, ਚੋਣਾਂ ਦਿਖ ਰਹੀ ਇਹਨਾਂ ਨੂੰ, 2024 ਦਾ ਦਿਖ ਰਿਹਾ ਇਹਨਾਂ ਨੂੰ। ਜਿਹੜੀ ਕੁਰਸੀ ਖਿਸਕਰੀ ਇਹਨਾਂ ਦੇ ਪੈਰਾਂ ਦੇ ਥੱਲੇ ਤੇ ਜੀ। ਤੁਸੀਂ ਕੀ ਕਹੋਗੇ ਜਿਹੜੀ ਗੱਲ ਕੀਤੀ ਜਾ ਰਹੀ ਹੈ? ਇਹ ਮੁੱਦਾ ਕਾਫੀ ਜ਼ਿਆਦਾ ਪ੍ਰਚਾਰਿਆ ਜਾ ਰਿਹਾ। ਹਰ ਭਾਜਪਾ ਦੇ ਬੁਲਾਰੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰ ਹਿੱਤ ਦੇ ਵਿੱਚ ਫੈਸਲਾ ਲਿਆ, ਇਹਨੂੰ ਕਿਸਾਨੀ ਸੰਘਰਸ਼ ਦੀ ਜਿੱਤ ਜਿਹੜੀ ਉਹ ਨਹੀਂ ਕਿਹਾ ਜਾ ਰਿਹਾ।
ਨਹੀਂ ਜੀ, ਮੋਹ ਪਿਆਰ ਹੁੰਦਾ ਜਾਂ 2 ਮਹੀਨੇ ਮੈਂ ਪੰਜਾਬਾਂ ਬੈਠੇ ਜਦ ਵੀ ਤੇ ਮੋਹ ਪਿਆਰ ਗੇਲੇ ਤਾਂ ਕਿਸਾਨਾਂ ਕੇ ਜੋ ਤਾਂ ਹੁਣ ਜਦ ਧੌਣ ਪਾ ਗੋਡਾ ਰੱਖਿਆ 4 ਸਟੇਟਾਂ ਮਾ ਇਲੈਕਸ਼ਨ ਹੋਇਆ ਪੰਜਾਬਾਂ ਜੰਮੂ ਹੋਇਆ, ਜੰਮੂ ਕਸ਼ਮੀਰ, ਹਿਮਾਚਲ ਮਾ, ਉੱਥੇ ਕਸਾ ਕੇ ਗਿਰਦੇ ਨੇ, ਜ਼ਮਾਨਤਾਂ ਜ਼ਬਤ ਹੋ ਗਈਆਂ। ਹੁਣ ਇਹਨੂੰ ਦੇਖ ਰਿਹਾ ਵੀ ਇਲੈਕਸ਼ਨ ਯੂਪੀ ਮਾ ਵੀ ਆ ਰਿਹਾ, ਪੰਜਾਬ ਮਾ ਵੀ ਆ ਰਿਹਾ, ਇਕੱਠੇ 5 ਸਟੇਟ ਇਲੈਕਸ਼ਨ ਹੈਗਾ। ਇਹਨੂੰ ਦਿਖਾ ਵੀ ਮਾਰੀ ਜ਼ਮਾਨਤਾਂ ਜ਼ਬਤ ਹੋ ਗਈਆਂ ਉੱਥੇ, ਉਸ ਕਰਕੇ ਹੋ ਰਿਹਾ ਇਲੈਕਸ਼ਨਾਂ ਕਰਕੇ ਸਾਰਾ। ਕੋਈ ਮੋਹ ਪਿਆਰ ਨਹੀਂ ਹੈ ਸਾਨੂੰ ਕਿਸਾਨਾਂ ਗੱਲ, ਇਹਨੂੰ ਤਾਂ ਰਾਨੀ ਬਾਨੀ ਗੱਲ ਪਿਆਰ ਹੈ, ਹੋਰ ਕਿਸੇ ਗੱਲ ਕਿਸਾਨਾਂ ਗੱਲ ਕੋਈ। ਜੇ ਮੋਹ ਪਿਆਰ ਹੁੰਦੇ ਜਦੀ ਨਿਬੇੜ ਦਿੰਦੇ ਜਦ ਹਮੇ ਉਰਾਏ ਤੇ, ਜਦੀ ਕਹਿੰਦਾ ਦੱਸੋ ਕਿਉਂ ਕਰਨਾ ਤਮੇ। 750 ਕਿਸਾਨ ਸ਼ਹੀਦ ਹੋ ਗਏ ਮਾਰੇ, ਟਰੱਕਾਂ ਬੀਬੀਆਂ ਟਰੱਕ ਚੜਾ ਦੇ ਇਹਨਾਂ ਨੇ। ਉਰੇ ਕਿੰਨੀ ਹਿੰਸਾ ਕਰੀ, ਉਰੇ ਸਾਰੀ ਰਾਤ ਜਾ ਕੇ ਕੱਟਾਂ ਉਰੇ ਕਿੰਨੀ ਕੁ ਹਿੰਸਾ ਕਰੀ ਇਹਨਾਂ ਨੇ। ਕਦੀ ਝੁੰਗੇ ਨੂੰ ਅੱਗ ਲਾ, ਕਦੀ ਟਰੈਲੀ ਨੂੰ ਅੱਗ ਲਾ, ਕਦੀ ਬਾਰ ਕੇ ਉਰੇ ਗੁਰੂ ਗ੍ਰੰਥ ਸਾਹਿਬ ਕੀ ਬੇਅਬਦੀ ਕਰਾਉਣੀ ਚਾਹੀ ਇਹਨਾਂ ਨੇ। ਕਿੰਨੇ ਇਹ ਮੋਹ ਪਿਆਰ ਹੈ ਜੀ ਇਹਨਾਂ ਦਾ। ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਹੈ, ਪਰ ਨਾਲੋਂ ਨਾਲ ਮਾਫੀ ਇਸ ਚੀਜ਼ ਲਈ ਮੰਗੀ ਹੈ, ਕਹਿੰਦੇ ਅਸੀਂ ਕੁਝ ਕੁ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਮੈਂ ਤਾਂ ਮਾਫੀ ਮੰਗਦਾ ਕਿ ਕੁਝ ਕੁ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਪਰ ਫਿਰ ਵੀ ਅਸੀਂ ਕਾਨੂੰਨ ਜਿਹੜੇ ਉਹ ਰੱਦ ਕਰਨ ਜਾ ਰਹੇ ਹਾਂ ਸੰਸਦ ਦੇ ਸੈਸ਼ਨ। ਨਹੀਂ ਸਮਝਾਣੇ ਦਾ ਉਹ ਤਾਂ ਦੱਸ ਦਿਓ ਵੀ ਜਿਹੜੇ ਨੂੰ ਸਮਝਾਇਆ ਇਹਨਾਂ ਨੇ, ਇੰਨੇ ਨੇਣਾ ਨਹੀਂ ਹੈ ਕਿਸਾਨ ਜਿਹੜਾ ਹੁਣ ਤੱਕ ਸਮਝਿਆ ਨਹੀਂ ਹੈ। ਉਹਨੂੰ ਸਾਰਾ ਦਿਖਾ ਆਪਣੇ ਖੁਦਕੁਸ਼ੀਆਂ ਕਰ ਰਿਹਾ ਕਿਸਾਨ ਪਹਿਲਾਂ ਪੰਜਾਬ ਦੇ ਵਿੱਚ। ਜੇ ਇੰਨੀ ਮਤਲਬ ਕਿਸਾਨ ਦੀ ਕਮਾਈ ਹੁੰਦੀ ਤਾਂ ਉਹਦਾ ਸੜਕਾਂ ਪਰ ਰੋਲਣੇ ਦੀ ਲੋੜ ਨਹੀਂ ਸੀ ਕਿਸਾਨ ਨੂੰ, ਠੀਕ ਹੈ। ਜੇ ਇੰਨੀ ਕਿਸਾਨ ਉਹ ਹੁੰਦੀ, ਪੁੱਛ ਕੇ ਦੇਖੋ ਕਿਸਾਨਾਂ ਨੂੰ। ਨਕਲੀ ਬੀਜ ਇਹਨਾਂ ਨੇ ਤੇਰੇ ਸਾਹਮਣੇ ਕਿੰਨਾ ਨੁਕਸਾਨ ਕਰੇਗਾ। ਕਵਾ ਕੇ ਨਕਲੀ ਬੀਜ ਦੇ ਕੇ, ਨਕਲੀਆਂ ਦਵਾਈਆਂ ਦੇ ਕੇ ਨਹੀਂ ਦੇ ਰਹੇ, ਨਕਲੀ ਬੀਜ ਨਹੀਂ ਭੇਜ ਰਹੇ। ਕਦੀ ਹੁਣ ਜਾਣ ਕੇ ਹੁਣ DAP ਹੈ, ਕਿਆ ਬਾਤ ਹੈ, ਅੱਗੇ ਵੀ ਤਾਂ ਖੁੱਲ੍ਹਾ ਆ ਰਿਹਾ। ਐਤਕੀ ਸਿਰਫ ਨਾ ਉਹ ਚੀਜ਼ ਹੈ ਵੀ ਕਿਸਾਨ ਕਿਤੇ ਕਣਕ ਬੀਜ ਕੇ ਵਿਹਲਾ ਹੋ ਕੇ ਦਿੱਲੀ ਬਾਰਡਰਾਂ ਬੰਨਾ ਦੁਬਾਰਾ ਹੋ ਜਾਏ। ਜੋ ਦਿਖਾਣਾ ਵੀ ਦੇਖੋ ਡੋਲਰ ਤਾਂ ਖਾਲੀ ਪਿਆ, ਉਹਦਾ ਕਿਸਾਨ ਹੀ ਨਹੀਂ ਹੈ, ਉਹਦਾ ਹੋਰ ਕੁਛ ਨਹੀਂ ਹੈ ਜੀ। ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈਗੀ ਹੁਣ ਲਗਾਤਾਰ ਇਹ ਚੀਜ਼ ਪ੍ਰਚਾਰੀ ਜਾ ਰਹੀ ਹੈ ਕਿ ਕਾਨੂੰਨ ਬਹੁਤ ਵਧੀਆ ਸੀ, ਇਹਦੇ ਨਾਲ ਕਿਸਾਨਾਂ ਦੀ ਕਿਸਮਤ ਜਿਹੜੀ ਸੀ ਉਹ ਬਦਲ ਜਾਣੀ ਸੀ, ਪਰ ਕਿਸਾਨ ਸਮਝੇ ਨਹੀਂ, ਤਾਂ ਕਰਕੇ ਅਸੀਂ ਵਾਪਸ ਲੈ ਰਹੇ ਹਾਂ। ਇਹ ਜੇ ਕਾਨੂੰਨ ਵਧੀਆ ਹੁੰਦੇ ਸਾਨੂੰ ਚੇਂਜ ਕਰਾਣੇ ਦੀ ਕਿਆ ਲੋੜ ਤੀ ਜੀ। ਸਾਡੀ ਗੱਲ ਇੱਕ ਸਨ 2000 ਮਾ ਇਹਨਾਂ 14 ਦੇ ਵਿੱਚ ਵਾਅਦਾ ਕਰਿਆ ਤਾਂ ਮੋਦੀ ਸਾਹਿਬ ਨੇ ਵੀ ਤੁਹਾਡੀ ਗੱਲ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗਾ, ਉਹ ਕਿਉਂ ਨਹੀਂ ਕਰੀ ਇਸਨੇ। ਸਾਡੀ ਫਸਲ ਦਾ ਰੇਟ ਦੁੱਗਣਾ ਹੋਏ ਤਾਂ ਜੀ। ਹਰ ਇੱਕ ਵਾਅਦਾ ਇਹਨਾਂ BJP ਵਾਲਿਆਂ ਨੇ ਮੁੱਕਰਿਆ। ਇਹਨੇ ਇੱਕ ਸੋਚਿਆ ਵੀ ਹਾਂ ਜ਼ਿਮੀਂਦਾਰਾਂ ਨੂੰ ਲੋਲੀਪੌਪ ਦਿਓ ਔਰ ਧੋਖੇ ਮੈਂ ਗਮਰਾਹ ਕਰੋ ਔਰ ਇਹਨੇ ਆਪਣੀ ਸਰਕਾਰ ਬਣਾ ਲਿਓ। ਹੁਣ ਕੋਈ ਨੇ ਚ ਪਾਗਲ ਨਹੀਂ ਬਣੇਗਾ, ਕੋਈ ਨੇ ਕਿ ਇਸ ਧोखेबाजी च नहीं आने का भी हाँ इन्हें के उसके बीच आ जाएगा। स्वामीनाथन का वादा करके आया था मोदी साहब के तो अपनी हत्थ के पीछे है कुछ। 1 साल हो गया इसनूं, पहला क्यों नहीं बोलिया ये गल। धन्नवाद कहाँ हमें भी चलो करा, पर इसकी हुण टाइम क्यों खंजा रहा है। MSP की सानूं गारंटी दे, जो साडे लीडर कह रहे हो करे। 15 ਲੱਖ खाते में ही बाहर है, कल्ले खाते में 15 ਲੱਖ होगा, पर एक चाथे में हुण कोई किसान नहीं आंदा। वो पहला आले जेडे आने थे ना, ਇਹ ਵੀ ਨਹੀਂ ਕਿ ਲੋਲੀਪੌਪਾਂ ਮਾ ਕਿਸਾਨ ਆਉਂਦਾ ਹੈ, ਉਹ ਬਥੇਰੇ ਲੋਲੀਪੌਪ ਇਹਨਾਂ ਨੇ ਪਹਿਲਾਂ ਦੇ ਲਏ। ਤੁਸੀਂ ਦੇਖ ਰਹੇ ਹੋ ਕਿ ਲੱਡੂ ਵੀ ਜਿਹੜੇ ਆ ਵੰਡੇ ਜਾ ਰਹੇ ਨੇ, ਖੁਸ਼ੀਆਂ ਕਿਸਾਨਾਂ ਵੱਲੋਂ ਮਨਾਈਆਂ ਜਾ ਰਹੀਆਂ, ਕਿਉਂਕਿ 1 ਸਾਲ ਤੋਂ ਸੰਘਰਸ਼ ਜਿਹੜਾ ਚੱਲ ਰਿਹਾ ਸੀ। ਕੀ ਕਹੋਗੇ ਜਿਹੜੀ ਕਿਸਾਨਾਂ ਦੀ ਜਿੱਤ ਹੋਈ ਹੈ? ਭਾਜੀ ਇਹ ਜਿਹੜੀ ਜਿੱਤ ਹੋਈ ਹੈ ਸੱਚਾਈ ਦੀ ਹੋਈ ਹੈ, ਸਬਰ ਦੀ ਹੋਈ ਹੈ, ਸਾਡੇ ਬਜ਼ੁਰਗਾਂ ਦੀ ਕੁਰਬਾਨੀਆਂ ਨੇ। ਸਾਨੂੰ ਆ ਨਹੀਂ ਭੁੱਲਣਾ ਚਾਹੀਦਾ, ਜਿਹੜੇ 700 ਜਾਨਾਂ ਗਵਾਚ ਗਈਆਂ ਜਿਹੜੀ ਅਸੀਂ ਬਚਾ ਸਕਦੇ ਸੀ। ਸਰਕਾਰ ਗੱਲ ਕਰਦੀ ਕਿਸਾਨਾਂ ਤੋਂ, ਤੇ ਉਹ ਜਿਹੜੀ ਕੀਮਤੀ ਜਾਨਾਂ ਸਾਡੇ ਵਿੱਚ ਹੁੰਦੀ ਅੱਜ। ਤੇ ਚਲੋ ਆ ਵਧੀਆ ਗੱਲ ਹੈ, ਸਰਕਾਰ ਨੇ ਸੋਚੀ ਆਈ ਹੈ, ਤੇ ਸਾਨੂੰ ਇਹ ਗੱਲ ਸੁਚੇਤ ਰੱਖਣੀ ਚਾਹੀਦੀ ਹੈ ਆਪਣੇ ਦਿਮਾਗ 'ਚ ਕਿ ਜਿਹੜੀ ਅਗਾਹ ਦੀ ਰਾਹ ਹੈ, ਸਾਨੂੰ ਉਹਦੇ 'ਚ ਵੇਖਣਾ ਕਿ ਅੱਗੇ ਅਸੀਂ ਕਿਵੇਂ ਤੁਰਨਾ। ਕਿਉਂਕਿ ਇਹ ਸਰਕਾਰ ਇਹੋ ਜਿਹੀ ਹੈ ਕਿ ਇਹ ਸਰਕਾਰ ਫਿਰ ਹਮਲੇ ਕਰੇਗੀ। ਉਹੀ ਗੱਲ ਅਸੀਂ ਕਹਿੰਦੇ, ਸਰਕਾਰ ਜਦ ਸ਼ੇਰ ਹਮਲਾ ਕਰਦਾ ਤਾਂ 2 ਕਦਮ ਪਿੱਛੇ ਹੁੰਦਾ, ਤੇ ਸਾਨੂੰ ਐ ਨਹੀਂ ਹੁੰਦਾ ਕਿ ਅਸੀਂ ਪਿੱਛੇ ਬਹਿ ਕੇ ਆਰਾਮ ਨਾਲ ਹਾਂਜੀ ਸਿਰਫ ਮੋਰਚਾ ਫਤਿਹ ਕਰ ਦਿੱਤਾ। ਉਹ ਬੜੀ ਵਧੀਆ ਗੱਲ ਆ, ਲੇਕਿਨ ਸਾਨੂੰ ਅਗਾਹ ਨੂੰ ਸਾਨੂੰ ਆਪਣੇ ਪੰਜਾਬ ਦੀ ਤਰੱਕੀ ਕਿਵੇਂ ਕਰਨੀ, ਸਾਨੂੰ ਉਸ 'ਤੇ ਵੀ ਧਿਆਨ ਦੇਣਾ ਚਾਹੀਦਾ। ਸੋ ਤੁਸੀਂ ਦੇਖਿਆ ਕਿ ਲੱਡੂ ਜਿਹੜੇ ਨੇ ਉਹ ਸਿੰਘੂ ਬਾਰਡਰ ਤੇ ਹੋਵੇ, ਟਿੱਕਰੀ ਬਾਰਡਰ ਹੋਵੇ, ਗਾਜੀਪੁਰ ਬਾਰਡਰ ਹੋਵੇ, ਉੱਥੇ ਵੰਡੇ ਜਾ ਰਹੇ ਨੇ। ਖੁਸ਼ੀਆਂ ਜਿਹੜੇ ਉਹ ਕਿਸਾਨ ਮਨਾ ਰਹੇ ਨੇ, ਪਰ ਇਹ ਅੰਦੋਲਨ ਦੀ ਜਿੱਤ ਜਿਹੜੀ ਹੋਈ ਹੈ, ਪਰ ਇਹ ਵੀ ਕਿਸਾਨੀ ਮਸਲਿਆਂ ਦਾ ਪੂਰਨ ਰੂਪ ਦੇ ਵਿੱਚ ਹੱਲ ਨਹੀਂ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜੋ ਆਖਰੀ ਕਿੱਲ ਕਿਸਾਨਾਂ ਦੀ ਫੱਟ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਨੂੰ ਕਿਸਾਨਾਂ ਨੇ ਰੋਕ ਲਿਆ। ਪਰ ਕਿਸਾਨੀ ਮਸਲੇ ਅਥਾਹ ਨੇ, ਉਹਦੇ ਬਾਰੇ ਵੀ ਗੱਲਬਾਤ ਜਿਹੜੀ ਅੱਗੇ ਜਾਰੀ ਰੱਖਾਂਗੇ। ਜਦੋਂ ਗੱਲ MSP ਦੀ ਆ ਜਾਂਦੀ ਹੈ ਕਿ ਕਣਕ ਝੋਨੇ ਤੇ MSP ਹੈ ਪੰਜਾਬ ਦੇ ਵਿੱਚ, ਪਰ ਬਾਕੀ ਫਸਲਾਂ ਤੇ ਨਹੀਂ ਹੈ। ਨਰਮੇ ਦਾ ਖਰਾਬਾ ਇਸ ਵਾਰ ਗੁਲਾਬੀ ਸੁੰਡੀ ਦੇ ਨਾਲ ਹੋਇਆ, ਪਰ ਨਾਲੋਂ ਨਾਲ ਸਾਰੀਆਂ ਫਸਲਾਂ ਤੇ MSP ਦੀ ਜਿਹੜੀ ਲੜਾਈ ਹੈ, ਕੀ ਉਹ ਹੱਲ ਹੈ? स्वामीनाथन रिपोर्ट की किसानी मसलों का हल है? बिल्कुल हल होना चाहिए जी। ਅਸੀਂ ਨੇ ਕਹਾਂ खेती च बदलाव करो, धंधा चाहिए खेती का।
ਅਸੀਂ ਕੋਟਨ ਲਾ ਲੇ, ਉਸ ਟਾਈਮ ਤੇ ਸਾਨੂੰ ਲਾਈਟ ਨਹੀਂ ਦਿੰਦੇ ਨੇ। ਗੰਨਾ ਲਾ ਲਿਓ, ਗੰਨੇ ਦਾ ਰੇਟ ਨਹੀਂ ਦਿੰਦੇ, ਸਾਡੇ ਕੋਲ ਮਿਲ ਨਹੀਂ ਹੈਗੇ। 60 ਕਿਲੋਮੀਟਰ ਸਾਨੂੰ ਗੰਨਾ ਲੈ ਕੇ ਜਾਣਾ ਪਿਆ ਵਾ ਜੀ। 300 ਰੁਪਈਆ 10 ਰੁਪਏ ਦਾ ਰੇਟ ਸੀਗਾ। 6 ਸਾਲ ਮੈਂ ਐਸੀ ਚੀਜ਼ ਹੈ ਕੋਈ ਜਿਹੜਾ ਰੇਟ ਨਹੀਂ ਵੱਧਦਾ ਕਦੇ। 6 ਸਾਲ ਬਾਅਦ ਐਤਕੀ ਧੌਣ ਪਰ ਗੋਡਾ ਰੱਖ ਕੇ ਪੰਜਾਬ ਸਰਕਾਰ ਕੇ ਮਨਾਇਆ ਤਾਂ ਉਹ ਕਾਸ ਤੋਂ ਮਨਾਇਆ ਸੀਗਾ। 6 ਸਾਲ ਬਾਅਦ ਕਦੀ ਦੇਖਿਆ ਤੁਸੀਂ ਡੀਜ਼ਲ ਸਾਲ ਦੇ ਵਿੱਚ 7 ਵਾਰੀ ਵੱਧ ਰਿਹਾ। ਲੇਬਰ ਸਾਡੇ ਕੋਲ ਉਸ ਟਾਈਮ ਸੀਗੀ 25 ਰੁਪਏ ਕੁਆਂਟਲ, ਹੁਣ 60 ਰੁਪਏ ਕੁਆਂਟਲ ਲੇਬਰ ਲੈ ਰਹੀ ਹੈ ਜੀ। ਲੇਬਰ ਚਲਾਈ 6000 ਦਾ ਟਰੈਕਟਰ ਤੇਲ ਖਾ ਮਿਲ ਤੱਕ। ਸਰਕਾਰ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਸਰਕਾਰ ਚੀਜ਼ ਹੋਆ ਕੋਈ ਨਾ। ਸਰਕਾਰ ਨੂੰ ਨਹੀਂ ਆਪਾਂ ਕਹਿ ਸਕਦੇ ਜੀ। ਸਰੋਂ ਬੀਜ ਲਿਓ, ਸਰੋਂ ਬਾਬਾ ਰਾਮਦੇਵ ਕਾਣਾ 1.5 ਅੱਖ ਵਾਲਾ, ਉਸਨੇ ਮਤਲਬ ਆਪਣੇ ਸਟੋਰਾਂ 'ਚ ਸਾਰੀ ਕੈਦ ਕਰਕੇ ਰੱਖ ਲਈ। ਹੁਣ ਸਰੋਂ ਵਿਕ ਰਹੀ 10,000 ਰੁਪਏ ਕੁਆਂਟਲ। 200 ਰੁਪਏ की तेल की बोतल गरीब आदमी कितने दे खा लेगा लेके। ਹੁਣ ਇਹਨਾਂ ਦਾ ਸੋਝੀ ਨਹੀਂ ਹੈਗੀ ਇਸ ਬਾਰੇ, ਕਿਸਾਨਾਂ ਬਾਰੇ ਜਾਂ ਗਰੀਬ ਜਨਤਾ ਸਾਡੀ ਕੋਈ ਵੀ ਹੈ, ਉਹ ਸਾਡੇ ਆਪਣੇ ਹੈ ਜੀ। ਕੋਈ ਇਹਨਾਂ ਨੂੰ ਬੇਪਰਵਾਹ, ਇਹ ਤਾਂ ਇਹਨੇ ਆਪਣੇ ਰਾਜੇ ਬਣੇ ਹੋਏ ਆ ਨਾ, ਇਹਨਾਂ ਨੂੰ ਪਬਲਿਕ ਤੇ ਕਿਆ ਲੈਣਾ, ਕੋਈ ਮਰਿਆ ਕੋਈ ਜੀਵ ਹੈ। ਕਿਸਾਨੀ ਅੰਦੋਲਨ ਦੀ ਵੱਡੀ ਜਿੱਤ ਹੋਈ ਹੈ, ਨਿਰੰਤਰ ਅੰਦੋਲਨ ਜਾਰੀ ਹੈ। ਉਹਨਾਂ ਨੇ ਡੀਏਪੀ ਦੀ ਘਾਟ ਦੀ ਗੱਲ ਕੀਤੀ ਹੈ, ਪਰ ਕੇਂਦਰ ਸਰਕਾਰ ਕੋਲੇ ਪੰਜਾਬ ਦਾ ਖੇਤੀਬਾੜੀ ਮੰਤਰੀ ਜਾਂਦਾ ਹੈ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਕੇਂਦਰ ਦਾ ਮੰਤਰੀ ਕਹਿੰਦਾ ਕਿ ਅਗਲੀ ਵਾਰੀ ਤੁਸੀਂ ਕੋਈ ਪ੍ਰਬੰਧ ਕਰਕੇ ਰੱਖਿਓ, ਪਰ ਚੀਨ ਤੋਂ ਸਪਲਾਈ ਬੰਦ ਹੈ, ਬਾਕੀ ਜਿਹੜੇ ਮੁਲਕਾਂ ਤੋਂ ਆਉਂਦੀ ਸੀ ਉੱਥੇ ਸਪਲਾਈ ਬੰਦ ਹੈ, ਤਾਂ ਕਰਕੇ ਡੀਏਪੀ ਦੀ ਕਿੱਲਤ ਹੈ। ਸਰਕਾਰ ਦੀ ਮਨਸ਼ਾ ਤਾਂ ਜਿਹੜੀ ਉਹ ਕਿਸਾਨਾਂ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਨ ਵਾਲੀ ਨਹੀਂ ਹੈ। ਬਿਲਕੁਲ ਬੰਦ ਨਹੀਂ ਹੈਗੀ ਜੀ। ਪਤਾ ਕੀ ਗੱਲ ਹੈ, ਹੁਣ ਯੂਰੀਏ ਦੀ ਲੋੜ ਪੈਣੀ ਸਾਨੂੰ ਅੱਜ ਤੋਂ 15 ਦਿਨ ਬਾਅਦ, 20 ਦਿਨ ਬਾਅਦ। ਠੀਕ ਹੈ ਜੀ, ਇਹਨਾਂ ਕੋਲ ਯੂਰੀਏ ਦੀ ਪੂਰੀ ਸੁਵਿਧਾ ਨਹੀਂ ਹੈਗੀ ਹੈ। ਕਿੱਥੇ ਜਾ ਰਿਹਾ ਇਹਨੇਗਾ ਯੂਰੀਆ ਨੇ, ਆਪਣੀ ਡਿਮਾਂਡ ਨਹੀਂ ਕਰ ਸਕਦੇ। ਹੁਣ ਪਹਿਲਾਂ ਭੇਜ ਸਕਾਂ ਖੇਤੀਬਾੜੀ ਮੰਤਰੀ ਨੂੰ ਜਾਂ ਹੋਰ ਨੂੰ ਕਿਸੇ ਨੂੰ, ਸਰਕਾਰ ਕਹਿ ਮੀਟਿੰਗਾਂ ਕਰਾਂ, ਜਦ ਆਪਾਂ ਨੂੰ ਚੀਜ਼ ਦੀ ਜ਼ਰੂਰਤ ਹੈ ਜਦ ਹੀ ਨੇ ਕਿ ਯਾਦ ਆਵਾ। ਬਿਲਕੁਲ ਨਹੀਂ ਹੈ, ਬਿਲਕੁਲ ਨਾਕਾਮ ਸਰਕਾਰ ਕਹਿ ਸਕਾਂ ਜਿਸ ਨੂੰ, ਨਾਕਾਮ। ਆਪਣੇ ਮਹਿਲਾਵਾਂ ਬੈਠੇ ਅੰਦਰ ਦੇ ਹੁਕਮ ਚਲਾ ਰਹੇ ਨੇ, ਇਹਨਾਂ ਨੂੰ ਕਿਆ ਪਤਾ ਕਿਸਾਨ ਦਾ ਦਰਦ ਕਿਆ, ਕੋਈ ਦਰਦ ਨਹੀਂ ਜਾਣ ਸਕਦੇ। ਲੋਕਾਂ ਨੇ ਸੁਪਰ ਪਾ ਕੇ ਕਣਕ ਬੀਜੀ ਹੈ ਜੀ, ਬਗੈਰ ਸੁਪਰ ਤੇ ਵੀ ਕਣਕ ਬੀਜੀ ਹੈ, ਬਗੈਰ ਡਾਈ ਯੂਰੀਏ ਤੇ। ਕਿਆ ਕरेंगे? ਸੰਦ ਨਹੀਂ ਦੇ ਸਕਦੇ ਕੋਈ ਸਬਸਿਡੀ ਪਰ, ਜਿਹੜੇ ਕਹਿ ਰਹੇ ਕਿਸਾਨਾਂ ਨੂੰ ਸੰਦ ਦੇਣਗੇ। ਸੰਦਾਂ ਦੀ ਤੁਸੀਂ ਗੱਲ ਕੀਤੀ ਹੈ, ਖੇਤੀ ਮਸ਼ੀਨਰੀ ਦੀ ਗੱਲ ਕੀਤੀ ਹੈ, ਤਾਂ ਪਰਾਲੀ ਦਾ ਰੌਲਾ ਇਸ ਵਾਰ ਵੀ ਪਿਆ, ਪਰ ਇਸ ਵਾਰ ਸੁਪਰੀਮ ਕੋਰਟ ਦਾ ਜਿਹੜਾ ਸਟੈਂਡ ਸੀ ਉਹ ਕਿਸਾਨਾਂ ਦੇ ਪੱਖ 'ਚ ਦਿਖਾਈ ਦਿੱਤਾ ਕਿ ਇਸ ਮੁਲਕ ਦੇ ਵਿੱਚ ਫੈਸ਼ਨ ਬਣ ਗਿਆ ਹੈ ਕਿ ਜਦੋਂ ਪ੍ਰਦੂਸ਼ਣ ਹੋ ਗਿਆ ਤਾਂ ਕਿਸਾਨਾਂ ਦੇ ਸਿਰ ਮੜ ਦਿਓ। ਤਾਂ ਕੀ ਇਹ ਹਰ ਵਾਰ ਜਿਹੜਾ ਰੌਲਾ ਰੱਪਾ ਪੈਂਦਾ? ਬੇਸ਼ੱਕ ਇਸ ਵਾਰ ਕਿਸਾਨਾਂ ਨੇ ਜ਼ੀਰੋ ਡਰਿਲ ਦੀ ਵਰਤੋਂ ਵੀ ਕੀਤੀ, ਪਰਾਲੀ ਜਿਹੜੀ ਹੈ ਪਿਛਲੇ ਸਾਲ ਦੇ ਮੁਕਾਬਲੇ ਘੱਟ ਸਾੜੀ ਗਈ, ਕਿਸਾਨਾਂ ਨੇ ਆਪਣੇ ਮੋਢਿਆਂ ਤੇ ਖਰਚਾ ਉਹ ਚੁੱਕਿਆ, ਤਾਂ ਕੀ ਕਿਸਾਨ ਕਦੋਂ ਤੱਕ ਚੁੱਕਦੇ ਰਹਿਣਗੇ? ਪਰਾਲੀ ਦੀ ਸਮੱਸਿਆ ਵੀ ਕਿਸਾਨੀ ਲਈ ਇੱਕ ਵੱਡੀ ਸਮੱਸਿਆ ਨਾਲੋਂ। ਸਾਡੀ ਕੋਈ ਸਮੱਸਿਆ ਨਹੀਂ ਜੀ, ਅੱਜ ਕੋਈ ਨਵੀਂ ਸਮੱਸਿਆ ਨਹੀਂ ਹੈਗੀ। ਸਾਡਾ ਸਿਰਫ ਇੱਕ 10 ਦਿਨ ਧੂੰਆਂ ਜੀ। 10 ਦਿਨ ਤੋਂ ਬਾਅਦ ਕਿੱਡੀ ਚਿਮਨੀਆਂ ਔਰ ਭੱਠੇ ਚੱਲ ਰਹੇ ਨੇ, ਫੈਕਟਰੀਆਂ, ਗੱਡੀਆਂ, ਕੱਲਾ ਤੀਵੀਆਂ ਤੇ ਲੇਡੀਜ਼ ਤੇ ਲੈ ਸਾਰੀ ਗੱਡੀਆਂ ਲਈ ਫਿਰ ਰਹੇ ਆ। ਅਸੀਂ ਤਾਂ 10 ਦਿਨ ਧੂੰਆਂ, ਸਾਡਾ 10 ਦਿਨ ਹੋਗਾ ਧੂੰਆਂ ਦਿਖ ਰਿਹਾ ਨੇ ਨੂੰ, ਬਾਕੀ ਤਾਂ ਆਪਣਾ ਧੂੰਆਂ ਕਿੱਥੇ ਗਿਆ ਨੇਗਾ। ਭੱਠੇ ਹੋ ਗਏ, ਪ੍ਰਦੂਸ਼ਣ ਹੋ ਗਿਆ। ਇਹ ਕਵਾੜ ਆਪਣਾ ਕਿੱਡਾ ਚੱਲ ਰਿਹਾ ਦਿੱਲੀ ਦੇ ਵਿੱਚ, ਉਹ ਕਿੱਥੇ ਗਿਆ ਜੀ? ਕੂੜੇ ਦਾ ਢੇਰ ਕਿੱਥੇ ਗਏ ਜੀ? ਇਹਨਾਂ ਨੂੰ ਕਿਸਾਨਾਂ ਦਾ ਤਾਂ ਇੱਕ ਧੂੰਆਂ ਦਿਖ ਗਿਆ 10 ਦਿਨ ਵਾਸਤੇ, ਬਾਕੀ ਕੋਈ ਧੂੰਆਂ ਨਹੀਂ ਹੈ। ਚੰਗੇ ਸੰਦ ਬਣਾਵੇਂ ਨੇ, ਠੀਕ ਹੈ ਬਾਤ। ਕਿਸਾਨ ਦਾ ਕਿਹੜਾ ਜੀ ਕਰਾਗਾ? ਹੁਣ 100 ਰੁਪਏ ਨੂੰ ਡੀਜ਼ਲ ਹੋਇਆ ਵਾ, ਕਿਹੜਾ ਫੂਕੂਗਾ? ਠੀਕ ਹੈ ਬਾਤ। ਚੰਗੇ ਸੰਦ ਦੇਵੇ ਹੋਏ, ਚੰਗੀ ਕੀ ਸੀਗਾ ਜੀ ਕਰ ਅੱਗ ਲਾਣੇ ਨੂੰ? ਕਿਸਾਨ ਕੇ ਨਿਆਣੇ ਵੀ ਤਾਂ ਇਸੇ ਧੂਏ ਦੇ ਵਿੱਚ ਬਲ ਰਹੇ। ਜਿਹੜਾ ਧੂੰਆਂ ਲਾ ਰਿਹਾ, ਸਭ ਤੋਂ ਪਹਿਲਾਂ ਤਾਂ ਕਿਸਾਨ ਨੇ ਉੱਥੇ ਅੱਗ ਲਾ ਕੇ ਧੂਏ ਦੇ ਵਿੱਚ ਖੜਿਆ ਹੋ ਕੇ, ਨਿਆਣੇ ਖੜਿਆਂਗੇ ਨਾ, ਪਰਿਵਾਰ ਖੜਿਆ ਸਕਾ। ਠੀਕ ਹੈ ਬਾਤ। ਕਿਸੇ ਦਾ ਜੀ ਨਹੀਂ ਕਰਦਾ ਅੱਗ ਲਾਣੇ ਨੂੰ, ਮਜਬੂਰੀ ਕਰਵਾ ਰਹੀ ਸਾਰੀ। ਉਹ ਸੰਦ ਦੇ ਸਬਸਿਡੀ ਦੇ ਚੰਗੇ ਹੋਈਆਂ ਕਰਾਵੇਂ, ਲੋੜ ਨਹੀਂ ਵਿੱਚ। ਉਹ ਤਾਂ ਤੁਹਾਨੂੰ ਵੀ ਫਾਇਦਾ, हमारा खाद बनूंगा जरूरी हमें DAP यूरिया के पीछे घूमना। ये हमारे संद पराली बिच गले सारे बिचे गल चुके, रेह बनूंगा वो जरूरी, मानू नकली दवाइयां भी लेके पाने खेतों के बिच। ਕੇਂਦਰ ਸਰਕਾਰ ਨੂੰ ਕੋਈ ਬੋਨਸ ਮੁਆਵਜ਼ਾ ਵਗੈਰਾ ਨਹੀਂ ਦੇਣਾ ਚਾਹੀਦਾ ਇਸ ਮੁੱਦੇ ਤੇ ਕਿਸਾਨਾਂ ਨੂੰ? ਬਿਲਕੁਲ ਦੇਣਾ ਚਾਹੀਦਾ। ਸਾਨੂੰ 200 ਰੁਪਏ ਕੁਆਂਟਲ ਦਾ ਵਾਅਦਾ ਕਰਿਆ ਤਾਂ 200 ਰੁਪਏ ਦਹੇ, ਅਸੀਂ ਜੋ ਮਰਜ਼ੀ ਕਰਾਂ, ਉਸ ਨੂੰ ਅੱਗ ਨਹੀਂ ਲਾਉਂਦੇ ਅਸੀਂ। ਹੁਣ ਸੁਣੋ, ਦਿੱਲੀ ਪੰਜਾਬ ਤੋਂ ਚੱਲ ਕੇ ਸਾਡਾ ਧੂੰਆਂ ਮੋਦੀ ਕੋਲ, ਕੇਜਰੀਵਾਲ ਕੋਲ ਆ ਗਿਆ ਨਾ। ਕਿੱਦਾਂ ਲੱਗ ਗਿਆ ਕੇਜਰੀਵਾਲ ਨੂੰ ਸਾਡਾ ਧੂੰਆਂ ਆ ਕੇ? ਪਿੱਛੇ ਤਾਂ ਕੋਈ ਬਸਦਾ ਹੀ ਨਹੀਂ ਹੈਗਾ। ਅਸੀਂ ਖੇਤਾਂ 'ਚ ਕੰਮ ਕਰ ਰਹੇ ਸਾਰੇ, ਮਾਰੇ ਪਰਿਵਾਰ ਵੀ ਹੈ, ਬੱਚੇ ਵੀ ਹੈ। ਹਰਿਆਣਾ ਵੀ ਪਾਰ ਕਰਨਾ, ਹਰਿਆਣੇ ਦਾ ਵੀ ਧੂੰਆਂ ਹੋ ਗਿਆ। ਸਾਡਾ ਤਾਂ ਧੂੰਆਂ ਹੀ ਨਹੀਂ ਹੈ ਜੀ ਬਿਲਕੁਲ ਵੀ। ਸਿਰਫ ਇੱਕ ਹਫ਼ਤੇ ਆ ਕੰਮ ਹੈ ਕਿਸਾਨਾਂ ਦਾ, ਇੱਕ ਹਫ਼ਤੇ ਤੋਂ ਬਾਅਦ ਧੂੰਆਂ ਹੀ ਨਹੀਂ ਹੈਗਾ। ਜੇ ਕੋਈ ਅੱਗ ਲਾ ਵੀ ਰਿਹਾ ਨਾ, ਅਸੀਂ ਲਾ ਮਜਬੂਰੀ ਕਰ ਰਹੇ ਹਾਂ। ਸਾਨੂੰ ਦਿਓ ਤਾਂ ਸਹੀ ਨਾ ਕੁਛ, ਜੇ ਦੇ ਦੇਂਗੇ ਅਸੀਂ ਲਾਣਾ ਬੰਦ ਕਰ ਦੇंगे ਜੀ। 200 ਰੁਪया ਕੁਆਂਟਲ ਬੋਨਸ ਦੇं ਕਿਸਾਨਾਂ ਨੂੰ, ਦੇं उसके ਵਿੱਚ जे फार्म के ਵਿੱਚ ਲਿਖ ਕੇ ਵੀ ਹਾਂ ਤੁਹਾਨੂੰ ਇਹ ਚੀਜ਼ ਦੇ ਰਹੇ ਅਸੀਂ ਬਿਲकुल नहीं ਲਾਣेगे ਜੀ। देना ਤਾਂ ਕੁਛ ਹੈ ਨਹੀਂ ਨਾ, पॉकेट ਤਾਂ सरकार का खजाना हल है ना। अपने इन्हें के वजीर खा रहे हैं लुट के, इन्हें के वजीरां ਨੂੰ ਜੋ ਮਰਜ਼ੀ ਰਾਜੇ ਬਣਾ ਦਿਓ।
ਪੰਜਾਬ ਦੇ ਸਿਆਸਤਦਾਨਾਂ ਦੀ ਮੈਂ ਗੱਲ ਕਰਾਂ, ਪਰਾਲੀ ਪੰਜਾਬ ਦੇ ਵਿੱਚ ਵੀ ਮੁੱਦਾ ਰਿਹਾ। ਕਿਸਾਨੀ ਅੰਦੋਲਨ ਦਾ ਵੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾ ਹੈ ਕਿ ਸਰਕਾਰ ਇਸ ਵਾਰ ਜਿਹੜੀ ਆ ਸਿੰਘੂ ਟਿੱਕਰੀ ਬਾਰਡਰ ਰਾਹੀਂ ਨਿਕਲਣੀ ਹੈ ਤੇ ਇਸ ਕਰਕੇ ਸਾਰਿਆਂ ਦਾ ਫੋਕਸ ਇੱਧਰ ਹੈ। ਤਾਂ ਸਾਰਿਆਂ ਨੇ ਸਵਾਗਤ ਕੀਤਾ ਹੈਗਾ ਹੁਣ ਕਿ ਪ੍ਰਧਾਨ ਮੰਤਰੀ ਨੇ 3 ਖੇਤੀ ਕਾਨੂੰਨ ਰੱਦ ਕਰਤੇ ਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਵੀ ਸਾਰੇ ਕਰ ਰਹੇ ਨੇ। ਤਾਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਪੰਜਾਬ ਦੇ ਸਿਆਸਤਦਾਨਾਂ ਦੀ ਬਿਆਨਬਾਜ਼ੀ ਹੈ ਕਿਸਾਨ ਪੱਖੀ, ਕੀ ਪੰਜਾਬ ਦੀਆਂ ਪਾਰਟੀਆਂ ਕਿਸਾਨ ਪੱਖੀ ਰਹੀਆਂ ਨੇ ਜਾਂ ਇਸ ਵਾਰ ਉਹਨਾਂ ਦੀ ਸਿਆਸੀ ਮਜਬੂਰੀ ਹੈ? ਉਹ ਤਾਂ ਹਵਾ ਦੇਖ ਰਹੀਆਂ ਵੀ ਕਿਹੜੇ ਪਾਸੇ ਕੀ ਹਵਾ ਚੱਲ ਰਹੀ ਹੈ। ਉਹਨੇ ਤਾਂ ਹਵਾ ਤੱਕ ਮਸਲਾ ਆਏ, ਉਹਨਾਂ ਨੂੰ ਕਿਆ ਮਸਲਾ ਪਹਿਲਾਂ ਕਿਉਂ ਨਹੀਂ ਉਹਨਾਂ ਦੇ ਬਿਆਨ ਆਏ ਹੈਗੇ? ਪਹਿਲਾਂ ਉਹੀ ਗਰੇਵਾਲ ਦਾ ਹਰਜੀਤ ਗਰੇਵਾਲ ਕਹੇ ਦਾ 3 ਕਾਨੂੰਨ ਰੱਦੇ ਨਹੀਂ ਹੋਣੇ ਨੇ, ਤਾਂ ਬਹੁਤ ਵਧੀਆ ਮੋਦੀ ਸਾਹਿਬ ਨੇ ਕਾਨੂੰਨ ਬਣਾਏ। ਹੁਣ ਕਾਸ ਤੋਂ ਕਹਾ ਮੈਂ ਅਜੇ 2 ਦਿਨ ਵਿਚਾਰ ਕੇ ਬੋਲਾਂਗਾ। ਹੁਣ ਕਿਉਂ ਨਹੀਂ ਕਹਿੰਦਾ? ਸਪਸ਼ਟੀਕਰਨ ਦਏ ਵੀ ਹਾਂ ਮੋਦੀ ਸਾਹਿਬ ਕੀ ਕਿਆ ਮਜਬੂਰੀ थी, ਉਸਨੇ ਕਾਸ ਕਾਰਨ ਰੱਦ ਕਰੇ ਹੈ। ਇਹ ਚੱਕਰ ਹੈ ਨਾ, ਹੁਣ ਉਹਨੂੰ ਜਵਾਬ ਦੇਣਾ ਚਾਹੀਦਾ ਸਪਸ਼ਟੀਕਰਨ। ਹੁਣ ਕਹਾ ਮੈਨੂੰ 2 ਦਿਨ ਦਾ ਟਾਈਮ ਦਿਓ, ਪਰਸੋਂ ਕਹਿ ਰਿਹਾ ਮੀਡੀਆ ਵਾਲਿਆਂ ਨੇ, ਕਿਉਂ ਕਹਿ ਰਿਹਾ ਜੀ? ਜੇ ਸਾਨੂੰ ਚੀਜ਼ ਵਧੀਆ ਹੀ ਨਹੀਂ ਲੱਗਦੀ ਆ ਸਾਨੂੰ ਦੇ ਕਿਉਂ ਰਿਹਾ, ਸਾਡੇ ਪਰ ਥੋਪ ਕਿਉਂ ਰਿਹਾ ਕਾਨੂੰਨ? ਇਹ ਬਿਲਕੁਲ ਨਾਕਾਮ ਸਰਕਾਰਾਂ, ਅਸੀਂ ਨਹੀਂ ਮੰਨਦੇ ਇਹਨਾਂ ਨੂੰ। ਅਸੀਂ 1 ਸਾਲ ਹੋ ਗਿਆ ਬੈਠੇ ਹਾਂ, ਕੋਈ ਸਾਡੀ ਮਜਬੂਰੀ ਥੋੜੀ ਹੈ। ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋ ਗਏ, ਉਹਨੇ ਕੇ ਪਰਿਵਾਰ ਔਰ ਬੀਬੀਆਂ ਉਹਨੇ ਕੀ ਹਾਂ ਨਹੀਂ ਮਾਰੇਗੀ ਇਹਨਾਂ ਨੂੰ? ਇੱਕ ਪਰਿਵਾਰ ਦਾ ਕਿਸੇ ਦਾ ਜੀ ਚਲਿਆ ਜਾਏ ਕਿਤਨਾ ਕੁ ਘਾਟਾ ਆ ਜੀ ਉਸਨੂੰ ਆਪਾਂ ਨੂੰ। ਸਾਡਾ ਕੋਈ ਜੀ ਨਹੀਂ ਕਰਦਾ ਉਰੇ ਬੈਠਣੇ ਨੂੰ, ਪਰ ਇਹ ਨਾਕਾਮ ਸਰਕਾਰਾਂ ਉਰੇ ਬਿਠਾਈ ਬੈਠੀ ਸਾਨੂੰ। ਕਿਸਾਨ ਲੜਾਈ ਜਿੱਤਣ ਵੱਲ ਚੱਲ ਪਏ ਨੇ, ਲੜਾਈ ਜਿੱਤਣਗੇ ਵੀ ਪੂਰੀ ਤਰ੍ਹਾਂ। ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਗੱਲ ਵੀ ਕੀਤੀ ਜਾ ਰਹੀ ਹੈ। 3 ਖੇਤੀ ਕਾਨੂੰਨ ਸੰਸਦ 'ਚ ਰੱਦ ਹੋਣ ਦਾ ਜਿਹੜਾ ਉਡੀਕਿਆ ਜਾ ਰਿਹਾ ਸਮਾਂ, ਪਰ ਨਾਲੋਂ ਨਾਲ ਜੋ ਟਿੱਪਣੀਆਂ ਕੀਤੀਆਂ ਗਈਆਂ ਕਿਸਾਨਾਂ ਬਾਰੇ ਸਮੇਂ-ਸਮੇਂ ਤੇ ਕੇਂਦਰੀ ਮੰਤਰੀਆਂ ਨੇ ਵੀ ਕੀਤੀਆਂ, ਹਰਿਆਣਾ ਕੈਬਨਿਟ ਦੇ 1-2 ਮੰਤਰੀਆਂ ਨੇ ਵੀ ਕੀਤੀਆਂ, ਪੰਜਾਬ ਦੇ ਜਿਹੜੇ ਲੀਡਰਾਂ ਦਾ ਤੁਸੀਂ ਨਾਮ ਲੈਂਦੇ ਹੋ ਉਹਨਾਂ ਨੇ ਵੀ ਕੀਤੀਆਂ। ਤਾਂ ਜਦੋਂ ਕਿਸੇ ਸਿਆਸਤਦਾਨ ਜਾਂ ਹੋਰ ਸੱਜਣ ਬਾਰੇ ਟਿੱਪਣੀ ਕੀਤੀ ਜਾਂਦੀ ਹੈ ਤਾਂ ਉਹ ਮਾਣਹਾਨੀ ਦੇ ਕੇਸ ਕਰਦਾ, ਮਾਣਹਾਨੀ ਦੀਆਂ ਗੱਲਾਂ ਕਰਦਾ। ਤਾਂ ਕਿਸਾਨ ਜਿਹੜੇ ਆਪਣੇ ਹੱਕ ਹਕੂਕ ਦੇ ਲਈ ਬੈਠੇ ਸੀ ਉਹਨਾਂ ਬਾਰੇ ਜੋ ਟਿੱਪਣੀਆਂ ਕੀਤੀਆਂ ਗਈਆਂ ਉਹਨੂੰ ਲੈ ਕੇ ਤੁਹਾਡੀ ਕੀ ਡਿਮਾਂਡ ਹੈ? ਉਹਦੇ ਬਾਰੇ ਤੁਹਾਡਾ ਅੱਜ ਕੀ ਪ੍ਰਤੀਕਰਮ ਹੈ ਜਦੋਂ ਸਰਕਾਰ ਜਿਹੜੀ ਹੈ ਕਾਨੂੰਨ ਰੱਦ ਕਰਨ ਦੀ ਗੱਲ ਕਰ ਰਹੀ ਹੈ? ਉਹ ਲਿਲ ਬਿਰਜ ਹੈ ਜੀ ਹਰਿਆਣੇ ਵਾਲਾ, ਅੰਬਾਲੇ ਵਾਲਾ, ਉਸਕਾ ਕਿਆ ਬਿਆਨ था उस दिन का ही? ਮਤਲਬ ਉਹ ਬਹੁਤ ਲੋਕਾਂ ਨੂੰ ਗੁੰਮਰਾਹ ਕਰ ਰਿਹਾ था। ਜਿਹੜੇ ਸਾਡੇ ਲੀਡਰ ਹੈ ਬਦਲ ਦੇਣੇ ਚਾਹੀਦੇ, ਤੁਹਾਨੂੰ ਉਹਨਾਂ ਬਦਲ ਦੇ ਉੱਥੇ ਦੇ। ਉਹਨੇ ਕੀ ਸਾਨੂੰ ਕੁਰਸੀ ਕੋਈ ਜ਼ਿਆਦਾ ਵਧੀਆ ਲੱਗ ਰਹੀ ਹੈ, ਸਾਡੇ ਲੀਡਰ ਕੋਈ ਬਕਾਊ ਨਹੀਂ ਹੈ, ਅਸੀਂ ਉਹਨਾਂ ਨੂੰ ਕਿਉਂ ਬਦਲਾਂ? ਇਹਨੇ 'ਚ ਸਾਨੂੰ ਕੋਈ ਘਾਟ ਨਹੀਂ ਦਿਖ ਰਹੀ ਹੈਗੀ। 1 ਸਾਲ ਹੋਏ ਲਈ ਬੈਠੇ, ਸਾਡੀ ਸਕਰੀਮ ਪਾਵਰ ਹੈ ਪੂਰੀ ਜਿਹੜੀ ਇਹਨੇ ਕਿ ਉੱਥੇ ਦੇ ਦਿੱਲੀ ਦੇ ਚੱਲ ਆ ਨਾ, ਉਸ ਤੋਂ ਵੱਧ ਪਾਵਰ ਹੈ ਸਾਡੇ ਲੀਡਰਾਂ ਦੀ। ਇਹ ਤਾਂ ਬਿਆਨ ਦੇ ਕੇ ਪਾੜ ਕੇ ਦੇਖ ਰਹੇ ਤੇ ਵੀ ਹਾਂ ਕਿਸਾਨ ਸਾਡੇ ਗੱਲ ਕਿੰਨੇ ਕੰਮ ਆ, ਉਹ ਵੀ ਨਹੀਂ ਇਹਨੇ ਦਾ ਦੌਰ ਚੱਲਿਆ ਹੈਗਾ। ਇਹਨੇ ਨੇ ਕਿਹੜਾ ਸਿੱਕਾ ਨਹੀਂ ਵਰਤਿਆ, ਪਹਿਲੋਂ ਸਾਰੇ ਵਰਤ ਕੇ ਹੱਥੇ ਨਾਖਲੀ ਕਿਸਾਨ ਵੀ ਬਣਾਏ ਇਹਨੇ ਨੇ, ਸਾਰਾ ਕੁਝ ਕਰਿਆ। ਉਰੇ ਵੀ ਬਹੁਤ ਕੁਝ ਭੇਜਦੇ ਰਹੇ ਨੇ, ਬੀਬੀਆਂ ਨੂੰ ਵੀ ਭੇਜਿਆ, ਹੋਰ ਕੰਮ ਵੀ ਕਰਿਆ, ਤੁਹਾਨੂੰ ਪਤਾ ਹੀ ਹੈ ਸਾਰਾ ਕੁਛ। ਪਰ ਇਹਨੇ ਕੋਈ ਉਹ ਗੁਰੂ ਨਾਨਕ ਨੇ ਸਾਰਾ ਕੁਝ ਫੇਲ ਕਰ ਦਿਆ ਨੇਗਾ। ਇਹ ਤੁਸੀਂ ਡਿਮਾਂਡ ਕਰਦੇ ਹੋ ਕਿ ਮਾਫੀ ਮੰਗਣ, ਜਿਨ੍ਹਾਂ ਨੇ ਮਵਾਲੀ ਵੀ ਕਿਹਾ ਕਿਸਾਨਾਂ ਨੂੰ, ਵੱਖਵਾਦੀ ਵੀ ਕਿਹਾ? ਸਾਡੀ ਮਾਫੀ ਮੰਗੇ ਤੋਂ ਕਿਆ ਹੋ ਜਾਏਗਾ ਜੀ? ਮਾਫੀ ਮੰਗੇ ਤੇ ਦੱਸੋ, ਸੁਣੋ ਇੱਕ ਗੱਲ ਦੱਸੋ, ਨੇ ਸਾਡੇ ਤੇ ਮਾਫੀ ਮੰਗ ਲਈ ਜੀ, ਸਾਡੇ 750 ਕਸੀਨ ਸਾਡਾ ਵਾਪਸ ਆ ਜਾਏਗਾ। ਜਿਹੜੀ ਇੱਥੇ ਉਦਨ ਦਿਨ ਗੱਡੀਆਂ ਚੜਾ ਕੇ ਆਪਣੀ ਜਨਾਨੀਆਂ ਮਾਰੀ ਸਾਡੀ, ਉਹ ਵਾਪਸ ਆ ਜਾਏਗੀ ਜਿਹਨੇ ਕਿ ਪਰਿਵਾਰ ਉੱਜੜ ਗਏ। ਮਾਫੀ ਮੰਗ ਲੈ, ਚਾਹੇ ਪੈਰਾਂ ਨੂੰ ਵੀ ਹੱਥ ਲਾ ਲੇ, ਸਾਡੇ ਕਿਸਾਨ ਤਾਂ ਨਹੀਂ ਵਾਪਸ ਆਉਂਦੇ। ਚਾਹੇ ਮੁਆਵਜ਼ਾ ਵੀ ਦੇ ਦੇ, ਜੋ ਮਰਜ਼ੀ ਕਰ ਲੈ, ਜਿਹਨੇ ਕਿ ਪਰਿਵਾਰ ਉੱਜੜ ਗਿਆ, ਦੀਵੇ ਕਰਕੇ ਚਿਰਾਗ ਖਤਮ ਹੋ ਗਏ, ਦੱਸੋ ਕਿਆ ਕਰਾਂਗੇ? ਇਹਨੇ ਕੀ ਵਜ੍ਹਾ ਕਰਕੇ ਉੱਜੜੇ ਆਏ ਆ। ਗਏ ਲੋਕਾਂ ਨੂੰ ਤਾਂ ਜਿਹੜਾ ਵਾਪਸ ਨਹੀਂ ਲਿਆ ਜਾ ਸਕਦਾ, ਘਾਟਾ ਵੱਡਾ ਗਾ, ਪਰ ਕੀ ਕੇਂਦਰ ਸਰਕਾਰ ਨੂੰ ਕੋਈ ਕੰਪਨਸੇਸ਼ਨ, ਕੋਈ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਦੇਣਾ ਚਾਹੀਦਾ? ਉਹਨਾਂ ਪਰਿਵਾਰਾਂ ਦਾ ਹੱਥ ਜਿਹੜਾ ਫੜਨਾ ਚਾਹੀਦਾ ਗਾ, ਸਿਰ ਤੇ ਹੱਥ ਰੱਖਣਾ ਚਾਹੀਦਾ? ਬਿਲकुल ਫੜਨਾ ਚਾਹੀਦਾ ਜੀ। ਜੋ ਉਹਨੇ ਬਣਾ ਉਹਨੇ ਨੂੰ ਜਿਤਨੀ ਕਿ ਕਮਾਈ ਕਿਸਾਨ ਆਪਾਂ ਨੇ ਕਰ ਸਕਾ, ਕੋਈ ਵੀ ਬੰਦਾ ਆ ਜੀ, उसका जितनी मिन्नत मजदूरी उसकी बिल्कुल बनानी देनी चाहिए है। जितना उसका हक बना भी हाँ, उसकी 50 साल की उम्र है, 60 साल की, उसके हिसाब का मुआवजा दो उन्होंने। जी तो मिलता ही नहीं, उन्होंने देना चाहिए बिल्कुल। 5 लाख गल तो ये साडी फिर कीमत पा दी भी हाँ 5 लाख रुपया दे दिया। 5 लाख गल तो ये 2 साल नौकर नहीं लाता साडा, हुण 2 लाख रुपया लेन लग गए जिहड़ा साडा काम करने वाला बंदा घरां। दसो क्या करेंगे असी? 5 लाख साडे बंदे की ने कीमत पा रहे, बिल्कुल जी नहीं वापस आंदा साडा। ਗੱਡੀਆਂ ਚੜਾਈਆਂ 5 ਲੱਖ ਬੰਦੇ ਦੀ ਕੀਮਤ ਬਾਜੀ ਕਿਸਾਨ ਕੀ ਹੋਰ ਕਿਆ ਉਹਨੂੰ ਰਗੜ ਦਿਆ ਲੈ ਵੀ ਲੈ ਭਾਈ ਤੇਰੀ 5 ਲੱਖ ਕੀਮਤ ਹੈ। ਕਿਸਾਨ ਜਿਹੜਾ ਮਤਲਬ ਨੁਕਸਾਨ ਹੈ ਉਹ ਕਿ 5 ਲੱਖ की कीमत है, क्योंकि इसका मतलब है तो कि 5 लाख की कीमत है, फिर तो कोई कुछ नहीं। इनके परिवारों को क्यों सिरे तक मिलतना क्या सारी सहूलतां मिलान के परिवारों को, ठीक है बात। किसान की सिर्फ 5 लाख की कीमत है, कि इन्नी कीमत 5 लाख की बस होगी। तो कदे इन्होंने मतलब इन्ना कुछ कराया और इन्ना कुछ करवाया, वो तो बाबे नानक ने चलने दें इनका बहुत कुछ करवा लिया इन्होंने। पर सरकार ना
ਹਾਰ ਕੇ ਜੇ ਦਿਖਿਆ ਵੀ ਹੁਣ ਗੋਡੇ ਟੇਕਣੇ ਪੈ ਗਏ ਵੀ ਹੁਣ ਬੇਵਸ ਹੋ ਗਿਆ ਕੰਮ। ਫਿਰ ਮੋਦੀ ਨੇ ਕਰਿਆ ਨਹੀਂ, ਪਹਿਲਾਂ ਮੋਦੀ ਕਰਿਆ ਨਹੀਂ ਤਾਂ ਜੋ ਹੈ ਤਾਂ ਸਾਰਾ ਕੰਮ ਨਾ ਮੋਦੀ ਨੇ ਦੇਖਿਆ ਵੀ ਹੁਣ ਬੇਵਸ ਹੋ ਗਿਆ ਕੰਮ। ਸਾਰੇ ਪੈਂਤਰੇ ਚਲਾ ਲਏ ਨੇ, ਕੋਈ ਪੈਂਤਰਾ ਕਾਮਯਾਬ ਨਹੀਂ ਹੋਇਆ ਨਾ। ਹਰਿਆਣੇ ਸਰਕਾਰ ਨੇ ਵੀ ਚਲਾਏ, ਖੱਟਰ ਸਰਕਾਰ ਨੇ ਉਹਨਾਂ ਕਸ ਨਹੀਂ ਛੱਡੀ। ਠੀਕ ਹੈ ਬਸ ਸੈਂਟਰ ਨੇ ਤਾਂ ਛੱਡਣੀ ਕਿਹਾ ਸੀ, ਇਹਨਾਂ ਤਾਂ ਬਣਾਈ ਕਾਨੂੰਨ ਨੇ, ਇਹਨਾਂ ਤਾਂ ਧੱਕੇ ਕਿਸਾਨਾਂ ਪਰ ਥੋਪਦੇ। ਠੀਕ ਨਹੀਂ, ਇਹਨਾਂ ਤਾਂ ਕੰਨੇ ਹੋਰ ਹਰਿਆਣੇ ਨੇ ਕੋਈ ਕੁਛ ਨਹੀਂ ਛੱਡੀ। ਹੁਣ ਅੰਦੋਲਨ ਜਿਹੜਾ ਜਾਰੀ ਹੈ ਤਾਂ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਹੜੇ ਕਹਿ ਰਹੇ ਨੇ ਕਿ ਅੰਦੋਲਨ ਜਿੱਤਿਆ ਗਿਆ, ਅੰਦੋਲਨ ਕਿਸਾਨਾਂ ਨੇ ਜਿੱਤ ਲਿਆ, 3 ਖੇਤੀ ਕਾਨੂੰਨ ਰੱਦ ਹੋ ਜਾਣਗੇ, ਉਹਨਾਂ ਨੂੰ ਕੀ ਅਪੀਲ ਇਸ ਸਮੇਂ, ਉਹਨਾਂ ਨੂੰ ਕੀ ਸੁਨੇਹਾ ਤੁਸੀਂ ਜਿਹੜਾ ਦੇਣਾ ਚਾਹੋ? ਅਜੀ ਕੋਈ ਕਾਨੂੰਨ ਜਿੱਤਿਆ ਨਹੀਂ ਗਿਆ ਜੀ। ਅਜੇ ਕੋਈ ਸਾਡੇ ਜਦ ਤੱਕ ਸਾਡੇ ਹੱਥ 'ਚ ਕੋਈ ਰਿਪੋਰਟ ਨਹੀਂ ਆਉਂਦੀ ਹੈਗੀ, ਜਦ ਤੱਕ ਅਜੀ ਕਿਸਾਨਾਂ ਨੂੰ ਇੱਥੇ ਕਹਾਂ ਜ਼ਰੂਰ ਆਓ 26 ਤਰੀਕ ਨੂੰ, ਸਾਰਿਆਂ ਨੂੰ ਵੱਧ ਤੇ ਵੱਧ ਚੜ੍ਹ ਕੇ ਹਿੱਸਾ ਲਿਓ। ਇਹੀ ਸਾਡੀ ਅਪੀਲ ਹੈ, ਇਹੀ ਸਾਡੀ ਸਾਰਿਆਂ ਨੂੰ ਬੇਨਤੀ ਹੈ ਜੀ। ਇੱਕ ਪੰਜਾਬ ਵਾਲਿਆਂ ਨੂੰ ਕਿਹਾ, ਹਰਿਆਣਾ ਜਿਤਨੇ ਵੀ ਰਾਸ਼ਟਰ, ਮਹਾਰਾਸ਼ਟਰ ਜਿਤਨੀ ਵੀ ਸਟੇਟਾਂ, ਸਭ ਨੂੰ ਬੇਨਤੀ ਹੈ, ਸਭ 26 ਤਰੀਕ ਨੂੰ ਹਾਜ਼ਰੀ ਲਵਾਓ। 1 ਸਾਲ ਹੋ ਗਿਆ ਜੀ ਸਾਨੂੰ ਪੂਰਾ ਬੈਠਿਆਂ ਨੂੰ। ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ, ਸਾਰੇ ਦਿੱਲੀ ਆਓ। ਸੋ 3 ਖੇਤੀ ਕਾਨੂੰਨ ਸੰਸਦ ਦੇ ਵਿੱਚ ਰੱਦ ਕਰਨ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਪਰ MSP ਤੇ ਪੇਚ ਹਲੇ ਵੀ ਫਸਿਆ ਹੋਇਆ ਹੈ, ਕਿਉਂਕਿ ਕਿਸਾਨਾਂ ਦੀ ਡਿਮਾਂਡ 3 ਖੇਤੀ ਕਾਨੂੰਨ ਰੱਦ ਕਰਨੇ ਤੇ ਸਾਰੀਆਂ ਫਸਲਾਂ ਤੇ MSP ਤੇ ਕਾਨੂੰਨੀ ਗਰੰਟੀ ਲੈਣ ਦੀ ਸੀ। ਤਾਂ ਕਿਸਾਨ ਸਪਸ਼ਟ ਕਰ ਚੁੱਕੇ ਨੇ ਕਿ ਉਹ ਜਿੱਤ ਦੇ ਵੱਲ ਵੱਧ ਰਹੇ ਨੇ, ਪਰ ਜਿੱਤ ਦੀ ਫਿਲਹਾਲ ਸ਼ੁਰੂਆਤ ਹੈ। ਤੇ ਇਸ ਕਰਕੇ तमाम ਭਾਰਤ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਬੇਨਤੀ ਇਹੀ ਕੀਤੀ ਜਾ ਰਹੀ ਹੈ ਕਿ ਦਿੱਲੀ ਦੀਆਂ ਬਾਰਡਰਾਂ ਤੇ ਮੋਰਚਾ ਫਿਲਹਾਲ ਜਾਰੀ ਹੈ ਤੇ 26 ਨਵੰਬਰ ਨੂੰ ਇੱਕ ਵੱਡਾ ਇਕੱਠ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਕੀਤਾ ਜਾਵੇਗਾ, ਜਿਸ ਦੇ ਵਿੱਚ ਪਹੁੰਚਣ ਦੀ ਅਪੀਲ ਸਭ ਨੂੰ ਕੀਤੀ ਜਾ ਰਹੀ ਹੈ। ਕੈਮਰਾਮੈਨ ਜੋਬਨਦੀਪ ਦੇ ਨਾਲ ਅਰਸ਼ਦੀਪ ਸਿੰਘ, PTN 24 ਸਿੰਘੂ ਬਾਰਡਰ।